जाएगा दसो बेटा। ठीक है, आई होप तुहानू स्क्रीन क्लीयर है बेटा। हाँ जी, आई होप तुहानू स्क्रीन क्लीयर होएगी। सो सब तो पहली गल बेटा आप इंडिविजुअल पार्टिकल मॉडल की गल करांगे। आज इंडिविजुअल पार्टिकल मॉडल पहला आप काफ़ी सारे मॉडल डिस्कस कर चुके हैं बेटा। शैल मॉडल की गल हो रही सी, स्पिन ऑर्बिट कपलिंग की गल हुई है, वेरियस टाइप ऑफ पोटेंशियल की गल हुई है, स्पिन ऑर्बिट पोटेंशियल हो गया अपने को, हार्मोनिक ऑसिलेटर पोटेंशियल हो गया, उस तो बाद वुड सेगनल पोटेंशियल हो गया, अपने को काफ़ी तरह के पोटेंशियल आप डिस्कस कर चुके हैं। उस तो बाद आप एल एस एंड जे कपलिंग की गल कर चुके हैं, राका कोएफिशिएंट्स हो गए, उस तो बाद विग्नर कोएफिशिएंट्स हो गए, एंड उस तो बाद अपने को सीजी कोएफिशिएंट्स हो गए। उन्होंने रिगार्डिंग कुछ ना कुछ आप गल्लां करके कीतियां हुई हैं। सो ਆਪਾਂ ਸਿਰਫ ਇਹਦੇ ਫਿਜ਼ਿਕਸ ਡਿਸਕਸ ਕਰਾਂਗੇ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ, ਬਿਕੋਜ਼ ਐਕਸਪੈਰੀਮੈਂਟਲ ਫੀਚਰ ਨੂੰ ਆਪਾਂ ਰੀਇੰਟਰਪ੍ਰੀਟ ਕਰਨ ਦੀ ਜਿਹੜੀ ਗੱਲ ਹੈ ਬਹੁਤਾ ਜਿਹੜਾ ਉਹਦੇ ਵਿੱਚ ਨਹੀਂ ਪਾਵਾਂਗੇ ਕਿ ਕਿਸ ਤਰ੍ਹਾਂ ਹੈਂਡਲ ਕੀਤੇ ਜਾਂਦੇ ਆ, ਬਿਕੋਜ਼ ਥਿਊਰੀ ਦਾ ਪਾਰਟ ਹੈ, ਉਹਦੇ ਲਈ ਪ੍ਰੋਪਰ ਸਿਮੂਲੇਸ਼ਨ ਚਾਹੀਦੀ ਹੁੰਦੀ ਹੈ। ਸੋ ਆਪਾਂ ਸਿਰਫ ਬੇਸਿਕਸ ਜਿਹੜੀ ਫਿਜ਼ਿਕਸ ਹੈ ਉਹ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇੰਡੀਵਿਜੂਅਲ ਇੰਡੀਪੈਂਡੈਂਟ ਪਾਰਟੀਕਲ ਮॉडल, so you can say individual particle model or independent particle model। इस केस में की किया जाएगा, all the nucleons will be counted। मतलब की है जिस तरह आप लास्ट टाइम करते सीगे कि अपने को जिहड़ा लास्ट बैलेंस न्यूक्लियन हो गया, सिंगल पार्टिकल मॉडल हो गया, या फिर अपने को एक्सट्रीम सिंगल पार्टिकल मॉडल हो गया। ਉਹਨਾਂ ਦੋਨਾਂ ਵਿੱਚ ਕੀ ਕਰਦੇ ਸੀ, ਜਾਂ ਤਾਂ ਆਪਾਂ ਇੰਡੀਵਿਜੂਅਲ ਨਿਊਕਲੀਅਨ ਕੰਸੀਡਰ ਕਰਦੇ ਸੀ ਕਿ ਲਾਸਟ ਵਾਲਾ ਵੈਲੈਂਸ ਨਿਊਕਲੀਅਨ ਜਿਹੜਾ ਕਿ ਵੈਲੈਂਸ ਬਾਕੀ ਬਚਿਆ ਹੋਇਆ ਹੈ, ਵੈਦਰ ਇਟ ਇਜ਼ ਪ੍ਰੋਟੋਨ ਔਰ ਵੈਦਰ ਇਟ ਇਜ਼ ਨਿਊਟਰੋਨ, ਜਿਹੜੇ ਜਿਹਦੇ ਵਿੱਚ ਐਕਸਟ੍ਰੀਮ ਸਿੰਗਲ ਪਾਰਟੀਕਲ ਮਾਡਲ ਆ ਜਾਂਦਾ ਸੀ, ਜਾਂ ਫਿਰ ਆਪਾਂ ਸਿੰਗਲ ਪਾਰਟੀਕਲ ਮਾਡਲ ਲੈ ਕੇ ਚੱਲੇ ਸੀ ਜਿਹਦੇ ਵਿੱਚ ਕੀ ਆਏਗਾ, ਜਿਸ ਤਰ੍ਹਾਂ ਲਾਸਟ ਆਰਬਿਟਲ ਜਿਹੜੀ ਵੈਲੈਂਸ ਨਿਊਕਲੀਅਨ ਜਿਹੜੇ ਲਾਸਟ ਜਿਹੜੀ ਆਰਬਿਟਲ ਵਿੱਚ ਬੈਠੇ ਹੋਏ ਆ ਉਹਦੇ ਵਿੱਚ ਕਿੰਨੇ ਵੈਲੈਂਸ ਨਿਊਕਲੀਅਨ ਹੈਗੇ, ਕਿੰਨੇ ਨਿਊਕਲੀਅਨ ਬੈਠੇ ਹੋਏ ਆ, ਉਹਨਾਂ ਨੂੰ ਆਪਾਂ ਕੰਸੀਡਰ ਕਰਦੇ ਸੀ ਐਨ ਐਲ ਐਂਡ ਜੇ ਇਸ ਟੂ ਪਾਵਰ ਕੇ ਤੱਕ ਜਿਹੜਾ ਫੈਕਟਰ ਸੀਗਾ ਉਹ ਆਪਾਂ ਸਟੱਡੀ ਕਰਦੇ ਸੀਗੇ ਵੀ ਉਹ ਵਾਲੀ ਕਨਫੀਗਰੇਸ਼ਨ ਚੂਜ਼ ਕਰਦੇ ਸੀ। ਸੋ ਇੰਡੀਵਿਜੂਅਲ ਪਾਰਟੀਕਲ ਮਾਡਲ ਦੇ ਵਿੱਚ ਕੀ ਹੋਏਗਾ, ਆਲ ਦੀ ਨਿਊਕਲੀਅਨਸ ਆਪਾਂ ਕੰਸੀਡਰ ਕਰਾਂਗੇ ਨਿਊਕਲੀਅਸ ਦੇ, ਅਗਰ ਆਪਾਂ ਇਹਨੂੰ ਪ੍ਰੋਪਰਲੀ ਟੇਕ ਕੇਅਰ ਕਰਨਾ ਹੈ, ਬਿਕੋਜ਼ ਅਗਰ ਆਪਾਂ ਐਂਟੀਸਿਮੈਟ੍ਰਿਕ ਵੇਵ ਫੰਕਸ਼ਨ ਬਣਾਉਣਾ ਚਾਹੁੰਦੇ ਹਾਂ, ਤਾਂ ਅਗਰ ਆਪਾਂ ਟੂ ਬਾਡੀ ਇੰਟਰੈਕਸ਼ਨ ਕਾਊਂਟ ਕਰਨਾ ਚਾਹੁੰਦੇ ਹਾਂ, ਜਾਂ ਫਿਰ ਆਪਾਂ ਅਗਰ ਆਪਣੇ ਕੋਲ ਨਿਊਕਲੀਅਰ ਇੰਟਰੈਕਸ਼ਨ ਦੀ ਗੱਲ ਆਉਂਦੀ ਹੈ, ਟੂ ਬਾਡੀ ਵੈਦਰ ਇਟ ਇਜ਼ 3 ਬਾਡੀ, ਤਾਂ ਆਪਾਂ ਨੂੰ ਸਾਰੇ ਨਿਊਕਲੀਅਰ ਕੰਸੀਡਰ ਕਰਨੇ ਪੈਣਗੇ, ਚਾਹੇ ਉਹ ਲੋਅਰ ਸ਼ੈਲ ਦੇ ਹੈ, ਚਾਹੇ ਉਹ ਵੈਲੈਂਸ ਸ਼ੈਲ ਦੇ ਹੈ। ਸੋ ਉਸ ਕੇਸ ਦੇ ਵਿੱਚ ਆਪਣੇ ਕੋਲ ਸਾਰੀ ਸਟੱਡੀ ਆਏਗੀ। ਸੋ ਬੇਟਾ ਇਹਦੇ ਪੁਰਾਣੀ ਰੀਪਰੋਡਿਊਸ ਕੀਤਾ ਹੋਇਆ ਜਿਹੜਾ ਰਿਜ਼ਲਟ ਹੈ ਉਹਦੇ ਕੋਰਸਪੋਂਡਿੰਗ ਰਿਜ਼ਲਟ ਦਿੱਤੇ ਹੋਏ ਆ। ਸੋ ਐਂਟੀਸਿਮੈਟ੍ਰਿਕ ਸਟਾਸਲਾਟਡ ਜਿਹੜਾ ਸਿੰਗਲ ਪਾਰਟੀਕਲ ਜਿਹੜਾ ਵੇਵ ਫੰਕਸ਼ਨ ਹੋਏਗਾ, ਸੌਰੀ ਜਿਹੜਾ ਇਸ ਕੇਸ ਦੇ ਲਈ ਇੰਡੀਪੈਂਡੈਂਟ ਪਾਰਟੀਕਲ ਮਾਡਲ ਹੋਏਗਾ, ਉਹਦੇ ਵਿੱਚ ਆਪਾਂ ਕੀ ਕਰਾਂਗੇ, ਐਂਟੀਸਿਮੈਟਰਾਈਜ਼ਡ ਸਲਾਟਡ ਡਿਟਰਮੀਨੈਂਟ ਦੇ ਨਾਲ ਇਹਨੂੰ ਰਿਪਰੈਜ਼ੈਂਟ ਕੀਤਾ ਜਾਏਗਾ, ਜਿਹੜਾ ਟੋਟਲ ਵੇਵ ਫੰਕਸ਼ਨ ਹੋਏਗਾ। ਸੋ ਵੀ ਵਿਲ ਟੇਕਿੰਗ ਕੇਅਰ ਆਫ ਆਲ ਦੀ ਨਿਊਕਲੀਅਸ starting from 1 up to A। so all the protons and neutrons in the nucleus will be considered in the slatted determinant। Excuse me, ठीक है बेटा। सो साइज आर आल्सो ऑफ द सॉल्यूशन ऑफ द श्रोडिंगर वेव इक्वेशन, ਜਿਹੜੇ ਸਾਈ ਹੋਣਗੇ these are solution of the श्रोडिंगर वेव इक्वेशन, h of psi is equal to E of psi। ਹੈਮਿਲਟੋਨੀਅਨ ਤੱਕ ਤੁਹਾਡੇ ਕੋਲ ਦਿੱਤਾ ਹੈ। ਐਂਡ ਜਿਹੜਾ ਪੋਟੈਂਸ਼ੀਅਲ ਆਪਾਂ ਚੂਜ਼ ਕਰਾਂਗੇ ਬੇਟਾ, ਪੋਟੈਂਸ਼ੀਅਲ ਸਿੰਗਲ ਪਾਰਟੀਕਲ ਪੋਟੈਂਸ਼ੀਅਲ ਹੈ, ਇਹ ਆਪਣੀ ਕਨਵੀਨੀਅੰਸ ਦੇ ਹਿਸਾਬ ਦੇ ਨਾਲ ਜਾਂ ਆਪਣੇ ਕੋਲ ਜਿਹੜਾ ਰੀਜਨ ਹੈ ਉਹਦੇ ਹਿਸਾਬ ਦੇ ਨਾਲ ਚੂਜ਼ ਕੀਤਾ ਜਾਏਗਾ। ਕਿਸ ਤਰ੍ਹਾਂ ਤੁਸੀਂ ਟੂ ਬਾਡੀ ਇੰਟਰੈਕਸ਼ਨ ਨੂੰ ਸਟੱਡੀ ਕਰਨਾ, ਜਾਂ ਕਿਸ ਤਰ੍ਹਾਂ ਤੁਸੀਂ ਇੰਟਰੈਕਸ਼ਨ ਸਟੱਡੀ ਆਪਾਂ ਕਰਨਾ ਚਾਹੁੰਦੇ ਹੋ, ਉਹ ਸਾਰੀ ਆਪਾਂ ਇੱਥੇ ਕੰਸੀਡਰ ਕਰਾਂਗੇ। ਇਹ ਟੂ ਨਿਊਕਲੀਅਰ ਇੰਟਰੈਕਸ਼ਨ ਹੋ ਗਈ, ਜਿਹਨੂੰ ਆਪਾਂ ਟੂ ਬਾਡੀ ਇੰਟਰੈਕਸ਼ਨ ਵੀ ਕਹਿੰਦੇ ਆ ਬਿਟਵੀਨ ਨਿਊਕਲੀਅਸ I and J। ਸੋ ਇਸ ਤਰ੍ਹਾਂ ਦਾ ਕੁਝ ਤੁਸੀਂ ਦੇਖ ਸਕਦੇ ਹੋ। And ultimately ਜਿਹੜੀ eigen value equation ਹੋਏਗੀ that is h of psi is equal to E of psi। in practice ਜਿਹੜਾ psi ਹੈ is taken to be a linear superposition of individual nucleons, ਜਿਹੜੇ wave function ਹੈ ਉਹਨਾਂ ਸਾਰਿਆਂ ਦੀ superposition level ਲੈ ਕੇ ਚੱਲਦੇ ਆ। The nuclear wave function and the energy eigenvalues are determined by diagonalizing the matrix psi of mu into h with respect to h psi of mu। so ਜਿਹੜੇ ਹੈਮਿਲਟੋਨੀਅਨ ਹੈ ਜਦੋਂ ਇਹਨੂੰ ਆਪਾਂ ਸਾਈਮਲਟੇਨੀਅਸਲੀ ਡਾਇਗੋਨਲਾਈਜ਼ ਕਰਨ ਦੀ ਗੱਲ ਕਰਦੇ ਆ, ਜੋ ਡਾਇਗੋਨਲਾਈਜ਼ਿੰਗ ਦੀ ਕਰਨ ਦੀ ਗੱਲ ਕਰਾਂਗੇ, ਉੱਥੋਂ ਆਪਣੇ ਜਿਹੜੀਆਂ ਆਈਗਨ ਵੈਲਿਊਜ਼ ਆਣਗੀਆਂ। ਅਗਰ ਆਪਾਂ ਮਤਲਬ ਕੀ ਹੈ ਤੇ ਟੂ ਬਾਡੀ ਇੰਟਰੈਕਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਮੋਸਟਲੀ ਦੋ ਬੌਂਡ ਨਿਊਕਲੀਅਨ ਆਪਸ ਦੇ ਵਿੱਚ ਇੰਟਰੈਕਸ਼ਨ ਕਿਸ ਤਰ੍ਹਾਂ ਕਰ ਰਹੇ ਆ। So for a complete set of antisymmetric wave functions, the diagonalization of the matrix would yield an exact expansion of the psi, but taking a large set of psi wave functions would involve a prohibitive amount of work। तो अपन काफी सारा काम करना पड़ेगा इस चीज लिए। And generally only a few terms in the summation on the right hand side are retained। ਉਹਦੇ ਵਿੱਚ ਸਿਰਫ ਕੁਝ ਨਾ ਕੁਝ ਆਪਣਾ ਟਰਮਸ ਰਿਟੇਨ ਕਰਦੇ, ਬਾਕੀ ਸਾਰੀਆਂ ਮੈਨੂੰ ਕਿਸੇ ਨਾ ਕਿਸੇ ਰੀਜ਼ਨ ਕਰਕੇ ਜਾਂ ਬਾਉਂਡਰੀ ਕੰਡੀਸ਼ਨਸ ਲਗਾ ਕੇ ਆਪਾਂ ਛੱਡ ਸਕਦੇ, ਜਾਂ ਆਪਾਂ ਨੂੰ ਆਪਾਂ ਟਰੰਕੇਟ ਕਰ ਸਕਦੇ ਕਿਸੇ ਨਾ ਕਿਸੇ ਤਰੀਕੇ ਨਾਲ। Actually a few values of the
news are sufficient to determine a wave function, which is a good approximation of the nuclear wave function, provided the set of wave functions chosen is such that some of them are fairly close to the actual wave function. So ਆਪਾਂ ਕੀ ਕਰਾਂਗੇ ਬੇਟਾ, ਆਪਾਂ ਇਹਦੇ ਵਿੱਚ ਕੀ ਕਰ ਸਕਦੇ ਹਾਂ, ਜਿਹੜਾ ਟੋਟਲ ਵੇਵ ਫੰਕਸ਼ਨ ਹੈ ਉਹਨੂੰ ਰਿਪਰੈਜ਼ੈਂਟ ਕਰਨ ਦੇ ਲਈ ਆਪਾਂ ਜਿਸ ਤਰ੍ਹਾਂ ਨਿਊਮੈਰੀਕਲ ਸਿਮੂਲੇਸ਼ਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਆਪਾਂ ਇਹ ਰਿਪਰੈਜ਼ੈਂਟ ਕਰਦੇ ਹਾਂ ਕਿ ਆਪਣੇ ਕੋਲ ਕਿਹੜੀ ਕੋਰ ਲੈ ਕੇ ਚੱਲਦੇ ਹੋ, 38 ਸਟੋਨਸ਼ਨ ਦੀ ਕੋਰ ਲੈ ਕੇ ਚੱਲਦੇ ਹੋ, ਜਾਂ ਉਹਦੇ ਨਾਲ ਹੋ ਸਕਦਾ ਹੈ ਲੈਡ ਦੀ ਕੋਰ ਲੈ ਕੇ ਚੱਲਦੇ ਹੋ ਅਗਰ ਕਾਫੀ ਹੈਵੀ ਨਿਊਕਲੀਅਸ ਹੈ। ਤਾਂ ਆਪਾਂ ਇਹਦੇ ਵਿੱਚ ਕੀ ਕਰਦੇ ਹਾਂ, ਮੋਸਟਲੀ ਇੱਕ ਨਿਊਕਲੀਅਰ ਦੀ ਕੋਰ ਮੰਨ ਕੇ ਚੱਲਦੇ ਹਾਂ, ਉਹਦੇ ਉੱਪਰ ਆਪਾਂ ਬਿਲਡ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਨਿਊਕਲੀਅਰ ਦੀ ਕੋਰ ਕਿੱਥੇ ਮੰਨ ਕੇ ਚੱਲਦੇ ਹੋ ਉਹ ਕਾਫੀ ਜ਼ਿਆਦਾ ਮੈਟਰ ਕਰੇਗਾ। ਇਸ ਕਰਕੇ ਆਪਾਂ ਕਿੰਨੇ ਵੇਵ ਫੰਕਸ਼ਨ ਲੈਣੇ ਆ ਉਹ ਡਿਸਾਈਡਡ ਹੋਏਗਾ ਤੁਸੀਂ ਕਿਹੜਾ ਮਾਸ ਰੀਜਨ ਸਟੱਡੀ ਕਰ ਰਹੇ ਹੋ ਜਾਂ ਕਿਹੜੇ ਰੀਜਨ ਦੇ ਵਿੱਚ ਕਿਹੜੀਆਂ ਪ੍ਰੋਪਰਟੀ ਸਟੱਡੀ ਕਰਨ ਦੀ ਗੱਲ ਕਰ ਰਹੇ ਹੋ। ਸੋ ਉਸ ਦੀ ਰਿਗਾਰਡਿੰਗ ਆਪਣੇ ਕੋਲ ਕਾਫੀ ਸਾਰੀ ਜਿਹੜੀਆਂ ਵੈਲਿਊਜ਼ ਹੈ, ਜਿਹੜੇ ਰਿਜ਼ਲਟਸ ਹੈ ਉਹ ਰਿਪਰੋਡਿਊਸ ਹੋਣਗੇ ਜਾਂ ਨਹੀਂ ਹੋਣਗੇ, ਦੇ ਵਿਲ ਬੀ ਡਿਪੈਂਡੈਂਟ ਔਨ ਦੀ ਟਰੰਕੇਸ਼ਨ ਮਤਲਬ ਕਿੱਥੇ ਜਾ ਕੇ ਆਪਾਂ ਇਹਦੀ ਵੈਲਿਊਜ਼ ਨੂੰ ਕੱਟ ਕਰ ਰਹੇ, ਕਿੰਨੇ ਵੇਵ ਫੰਕਸ਼ਨ ਆਪਾਂ ਇਹਦੇ ਵਿੱਚ ਇਨਕਲੂਡ ਕਰ ਰਹੇ। ਸੋ ਆਪਣੇ ਜਿਹੜਾ ਵੇਵ ਫੰਕਸ਼ਨ ਆਫ ਦੀ ਪਾਰਟੀਕਲ ਹੈ ਇੰਡੀਵਿਜੂਅਲ ਨਿਊਕਲੀਅਸ ਕਿੰਨੇ ਫੇਅਰਲੀ ਕਲੋਜ਼ ਨੇ ਐਕਚੁਅਲ ਦੇ ਵਿੱਚ, ਠੀਕ ਹੈ ਜੀ। ਅਗਰ ਆਪਣੇ ਐਕਚੁਅਲ ਵੈਲਿਊ ਦੇ ਕਲੋਜ਼ ਹੋਣਗੇ ਜਿਹੜੇ ਕਿ ਅਗਰ ਆਪਾਂ ਜਿਸ ਤਰ੍ਹਾਂ ਵੇਰੀਏਸ਼ਨ ਪ੍ਰਿੰਸੀਪਲ ਦੇ ਵਿੱਚ ਗੱਲ ਕਰਦੇ ਹਾਂ, ਅਗਰ ਆਪਾਂ ਗੈਸ ਲਗਾ ਕੇ ਚੱਲੇ ਕਿ ਵੇਵ ਫੰਕਸ਼ਨ ਇਸ ਤਰ੍ਹਾਂ ਦਾ ਹੋ ਸਕਦਾ ਹੈ, ਤਾਂ ਅਲਟੀਮੇਟਲੀ ਕਰਦੇ ਕਰਨ ਦੀ ਆਪਾਂ ਨੇੜੇ ਪਹੁੰਚ ਜਾਂਦੇ ਹਾਂ। तो उसी तरह इतने है कि आप अगर गैस लगा के चलिए तो आप आइडिया लगा सकते हैं कि एक्सपेरिमेंटल फीचर के अकॉर्डिंग कि अपना वेव फंक्शन सही है कि नहीं है, आप एनर्जी को कंपेयर कर सकते हैं कि अपने को रिजल्ट रिप्रोड्यूस हो रहे हैं या नहीं हो रहे। आपको पता लग जाएगा कि ये न्यूक्लियस के ये वाले न्यूक्लियन H2 बॉडी मैट्रिक्स या H2 मैट्रिक्स एलिमेंट ਨੂੰ ਕੋਰਸਪੋਂਡ ਕਰਦੇ हैं। सो अल्टीमेटली ਆਪਾਂ ਇਸ ਚੀਜ਼ ਦੇ ਵਿੱਚ ਕੋਰ ਐਂਡ ਜਿਹੜੀ ਬਾਕੀ ਵੈਲੈਂਸ ਨਿਊਕਲੀਅਨ ਜਾਂ ਉਹਦੇ ਅਰਾਊਂਡ ਬਾਕੀ ਬਿਲਟ ਅਪ ਜਿਹੜਾ ਹੈ ਵੇਵ ਫੰਕਸ਼ਨ ਦਾ ਉਹਦੇ ਅਰਾਊਂਡ ਗੱਲ ਕਰਨ ਦੀ ਗੱਲ ਕਰਦੇ ਹਾਂ। So the above procedure of diagonalization is equivalent to the variation procedure of minimizing the energy with respect to the coefficients of linear combination. So ਇਹਦੇ ਵਿੱਚ ਕੀ ਹੈ, ਆਪਾਂ linear combination ਦੇ corresponding ਇਹਨੂੰ energy minimization ਦੇ corresponding concept ਦੇ ਨਾਲ solve ਕਰਨ ਦੀ ਗੱਲ ਕਰਾਂਗੇ। So E is equal to psi star H of psi ਦੇ ਉੱਪਰ ਆਪਾਂ ਲਿਖਿਆ ਹੋਇਆ kinetic energy ਦਿੱਤੀ ਹੋਈ ਹੈ ਬੇਟਾ, potential energy ਤੁਹਾਡੇ ਕੋਲ interaction matrix ਦੇ corresponding ਆਏਗੀ। ਤੁਸੀਂ ਕਿਹੜਾ potential ਚੂਜ਼ ਕਰਦੇ ਹੋ, it should be chosen wisely। ਅਗਰ ਤੁਸੀਂ potential ਨਹੀਂ ਚੁਣੋਗੇ ਤਾਂ ਤੁਹਾਨੂੰ ਪ੍ਰੋਬਲਮ ਆਏਗੀ, ਤੁਸੀਂ ਐਗਜ਼ੈਕਟਲੀ ਡਾਟਾ ਰੀਪਰੋਡਿਊਸ ਨਹੀਂ ਕਰ ਪਾਓਗੇ, ਤੁਸੀਂ ਐਕਸਪੈਰੀਮੈਂਟਲ ਫੀਚਰ ਰੀਪਰੋਡਿਊਸ ਨਹੀਂ ਕਰ ਪਾਓਗੇ। ਨਿਊਕਲੀਅਰ ਫਿਜ਼ਿਕਸ ਦੇ ਵਿੱਚ ਇਹ ਚੀਜ਼ ਜ਼ਰੂਰੀ ਯਾਦ ਰੱਖਿਓ ਬੇਟਾ, ਤੁਸੀਂ ਕਦੇ ਵੀ ਥਿਊਰੀ ਨੂੰ ਲੈ ਕੇ ਐਸ ਸੱਚ ਡਾਟਾ ਪ੍ਰੈਡਿਕਟ ਨਹੀਂ ਕਰ ਸਕਦੇ, ਤੁਹਾਨੂੰ ਐਕਸਪੈਰੀਮੈਂਟਲ ਫੀਚਰ ਤੋਂ ਹੀ ਆਪਣੇ ਰਿਜ਼ਲਟ ਨੂੰ ਚੈੱਕ ਕਰਨਾ ਪੈਂਦਾ ਹੈ ਕਿ ਮੇਰਾ ਰਿਜ਼ਲਟ ਸਹੀ ਆ ਰਿਹਾ ਹੈ ਕਿ ਨਹੀਂ ਆ ਰਿਹਾ। ਹੋ ਸਕਦਾ ਤੁਸੀਂ ਕੁਝ ਪ੍ਰੈਡਿਕਸ਼ਨ ਕੀਤੀਆਂ ਹੈ ਲੇਕਿਨ ਜਦ ਤੱਕ ਐਕਸਪੈਰੀਮੈਂਟਲੀ ਵੈਰੀਫਾਈ ਨਹੀਂ ਹੁੰਦੀ ਤੁਸੀਂ ਕਦੇ ਵੀ ਸ਼ੋਰ ਨਹੀਂ ਹੁੰਦੇ। ਤਾਂ ਪਾਰਟੀਕਲ ਫਿਜ਼ਿਕਸ ਐਂਡ ਨਿਊਕਲੀਅਰ ਫਿਜ਼ਿਕਸ ਦੇ ਵਿੱਚ ਐਕਸਪੈਰੀਮੈਂਟਲ ਫੀਚਰ ਅਬਜ਼ਰਵ ਹੋਣੇ ਕਾਫੀ ਇੰਪੋਰਟੈਂਟ ਨੇ, ਜਿਸ ਦੇ ਬਿਨਾਂ ਥਿਊਰੀ ਨੂੰ ਤੁਸੀਂ ਰੀਪਰੋਡਿਊਸ ਨਹੀਂ ਕਰਵਾ ਪਾਉਂਦੇ ਜਾਂ ਥਿਊਰੀ ਨੂੰ ਵੈਲੀਡੇਟ ਨਹੀਂ ਕਰਵਾ ਪਾਉਂਦੇ। ਸੋ ਇਹਦੇ ਵਿੱਚ ਕਾਫੀ ਜ਼ਿਆਦਾ ਤੁਹਾਡੀ ਐਂਬੀਗੁਇਟੀ ਹਮੇਸ਼ਾ ਰਹਿੰਦੀ ਹੈ ਅਗਰ ਐਕਸਪੈਰੀਮੈਂਟਲ ਫੀਚਰ ਤੁਹਾਡੇ ਕੋਲ ਰੀਪਰੋਡਿਊਸ ਨਹੀਂ ਹੋ ਪਾਉਂਦੇ ਤਾਂ, ਠੀਕ ਹੈ ਜੀ। ਸੋ ਇਸ ਤੋਂ ਬਾਅਦ ਗੱਲ ਆਉਂਦੀ ਹੈ ਬੇਟਾ ਰਸਲ ਸੌਂਡਰਸ ਕਪਲਿੰਗ। ਸੋ ਐਲਐਸ ਕਪਲਿੰਗ ਹੁਣ ਆਪਾਂ ਸਟਾਰਟਿੰਗ ਐਲਐਸ ਕਪਲਿੰਗ ਤੋਂ ਕਿਉਂ ਕੀਤੀ ਹੈ, ਕਿਉਂਕਿ ਆਪਣੇ ਕੋਲ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜੇ ਅਗਰ ਆਪਣੇ ਕੋਲ ਸੈਂਟਰਲ ਫੋਰਸ ਦੀ ਗੱਲ ਆਉਂਦੀ, ਸੈਂਟਰਲ ਫੋਰਸ ਦੇ ਬਾਰੇ ਐਸਸੀ ਵਰਮਾ ਨੇ ਵੀ ਗੱਲ ਕੀਤੀ ਸੀ, ਜਾਂ ਤੁਸੀਂ ਪੜ੍ਹਿਆ ਕਿ ਨਹੀਂ ਪੜ੍ਹਿਆ ਦੋਨੋਂ। ਸੋ ਐਲਐਸ ਕਪਲਿੰਗ ਦੇ ਕਨਸੈਪਟ ਕੀ ਹੈ ਰਸਲ ਸੌਂਡਰ ਦੇ ਅਕੋਰਡਿੰਗ ਕਿ ਅਗਰ ਆਪਣੇ ਕੋਲ ਸੈਂਟਰਲ ਫੋਰਸਿਸ ਐਗਜ਼ਿਸਟ ਕਰਦੀਆਂ ਤਾਂ ਉਹਦੀ ਡਿਪੈਂਡੈਂਸ ਸਿਰਫ ਆਰ ਦੇ ਉੱਪਰ ਹੋਏਗੀ, ਥੀਟਾ ਦੀ ਡਿਪੈਂਡੈਂਸ ਨਹੀਂ ਹੋਏਗੀ। ਸੋ ਸੈਂਟਰਲ ਫੋਰਸਿਸ ਦੇ ਅਕੋਰਡਿੰਗ ਆਪਣੇ ਕੋਲ ਕੀ ਹੋਏਗਾ, ਆਪਾਂ ਟੋਟਲ ਐਂਗੂਲਰ ਮੋਮੈਂਟਮ ਆਫ ਦੀ ਨਿਊਕਲੀਅਸ ਨੂੰ ਕਪਲ ਕਰਾਂਗੇ ਐਂਡ ਇੰਟ੍ਰਿੰਸਿਕ ਸਪਿਨ ਨੂੰ ਕਪਲ ਕਰਨ ਦੀ ਗੱਲ ਕਰਾਂਗੇ ਆਲ ਦੀ ਨਿਊਕਲੀਅਸ ਦੀ, ਉਸ ਤੋਂ ਬਾਅਦ ਆਪਾਂ L+J ਦੀ ਗੱਲ ਕਰਾਂਗੇ, ਠੀਕ ਹੈ ਜੀ। ਸੋ ਇਸ ਤਰ੍ਹਾਂ ਦੀ ਸੈਂਟਰਲ ਫੋਰਸਿਸ all the angular momenta will be coupled individually and then L+S ਕਰਕੇ ਆਪਾਂ total angular momenta couple ਕਰਨ ਦੀ ਗੱਲ ਕਰਦੇ ਹਾਂ। ਸੋ ਅਗਰ ਆਪਾਂ ਸਾਰੇ antisymmetric properties of the nucleus ਅਗਰ ਸਟੱਡੀ ਕਰਨੀ ਹੈ, all the nucleus ਨੂੰ ਕੰਸੀਡਰ ਕਰਨਾ ਹੈ ਤਾਂ LS properties ਨੂੰ ਸਟੱਡੀ ਕਰਨਾ ਜ਼ਰੂਰੀ ਹੈ। So it is necessary for the wave functions which are totally antisymmetric with respect to permutation of all the coordinates of the A nucleus. The lowest nuclear state consists of several closed shells containing all the nucleus and one unshelled shell. अनफिल्ड शेल। सो अपने को की है सारे नीचे वाले लेवल फिल्ड होंगे हैं एंड अपने को एक ही मोस्टली अनफिल्ड शेल होता है। द रिलेटिव पोजीशन ऑफ द लेवल्स इन दिस कॉन्फ़िगरेशन कैन बी कंसीडर्ड बाय इग्नोरिंग द क्लोज्ड शेल्स, बट इफ वी आर इंटरेस्टेड इन द इंटरेक्शन बिटवीन डिफरेंट कॉन्फ़िगरेशंस then we have to form a wave function antisymmetric in all the nucleons। तो अगर आप इंटरेक्शन ਦੀ स्टडी करनी है अपन सारे न्यूक्लियस ਦੇ ਵਿੱਚ ਆਪਸ ਦੇ ਵਿੱਚ इंटरेक्शन ਦੀ स्टडी ਦੀ ਲੋੜ ਪਏਗੀ। So if the interaction is central, then for the K particles under consideration, total angular momentum has to be summed up and total intrinsic angular momentum, spin angular momentum has also to be summed up. They are both constant of motion.
सो ये दोनों कांस्टेंट मोशन होंगे, मतलब कंजर्वेशन के अंडर आ जाएंगे, एंड द न्यूक्लियर वेव फंक्शन shall be found according to this mode of coupling provided the nucleus in spin orbit periodic interaction can be considered weak as compared to central force experienced by each nucleon। ਹੁਣ ਇੱਥੇ ਗੱਲ ਕੀ ਆਈ ਹੈ ਬੇਟਾ, ਸਪਿਨ ਆਰਬਿਟ ਕਪਲਿੰਗ ਨੂੰ ਆਪਾਂ ਵੀਕ ਕਿਉਂ ਮੰਨਦੇ ਹਾਂ? ਬਿਕੋਜ਼ ਆਪਾਂ ਜਦੋਂ ਇਸ ਸਟੱਡੀ ਕਰਨ ਦੀ ਗੱਲ ਕੀਤੀ ਹੈ ਕਿ ਜਿਹੜਾ ਸ਼ੈਲ ਮਾਡਲ ਹੈ, ਸ਼ੈਲ ਮਾਡਲ ਦੇ ਵਿੱਚ ਜਦ ਤੱਕ ਆਪਾਂ ਸਪਿਨ ਆਰਬਿਟ ਕਪਲਿੰਗ ਨਹੀਂ ਲਗਾਵਾਂਗੇ, ਜੇ ਦਾ ਕਨਸੈਪਟ ਨਹੀਂ ਲੈ ਕੇ ਆਵਾਂਗੇ ਟੋਟਲ ਐਂਗੂਲਰ ਮੋਮੈਂਟਮ ਦਾ, ਤਦ ਤੱਕ ਆਪਣੇ ਕੋਲ ਐਗਜ਼ੈਕਟ ਵੈਲਿਊ ਆਫ ਮੈਜਿਕ ਨੰਬਰ ਰੀਪਰੋਡਿਊਸ ਨਹੀਂ ਹੁੰਦੇ। ਸੋ ਅਗਰ ਆਪਣਾ ਮੈਜਿਕ ਨੰਬਰ ਰੀਪਰੋਡਿਊਸ ਨਹੀਂ ਕਰ ਪਾਉਂਦੇ ਤਾਂ ਆਪਣੇ ਕੋਲ ਕਪਲਿੰਗ ਸਟੇਬਲਾਈਜ਼ ਨਹੀਂ ਹੁੰਦੀ ਜਾਂ ਕਪਲਿੰਗ ਆਪਾਂ ਉੱਥੇ ਵੈਲੀਡੇਟ ਨਹੀਂ ਹੁੰਦੀ। ਸੋ ਐਲਐਸ ਕਪਲਿੰਗ ਜਿਹੜੀ ਹੈ ਇਹ ਵੈਲੀਡੇਟ ਨਹੀਂ ਹੈ ਫॉर ਦੀ ਕੇਸ ਆਫ ਸ਼ੈਲ ਮਾਡਲ, ਜਿਹੜਾ ਕਿ ਆਪਣੇ ਕੇਸ ਦੇ ਵਿੱਚ ਐਗਜ਼ਿਸਟ ਕਰਦਾ ਹੈ, ਜਿਹੜਾ ਆਪਾਂ ਸਟੱਡੀ ਕਰ ਰਹੇ ਹਾਂ। ਸੋ ਟੋਟਲ ਐਂਗੂਲਰ ਮੋਮੈਂਟਮ ਜਿਹੜਾ ਹੈ ਜੇ ਕਪਲਿੰਗ ਦੀ ਗੱਲ ਕਰਦੇ ਆ ਉਹ ਇੱਥੇ ਵੈਲੀਡੇਟ ਹੈ, ਇਸ ਕਰਕੇ ਆਪਾਂ ਇਹਦੇ ਵਿੱਚ ਇਹ ਗੱਲ ਬੋਲੀ ਗਈ ਹੈ। ठीक है जी। सो ओके, सो इस करके अपना की क्या गया स्पिन ऑर्बिट कंट्रैक्शन इस केस ਦੇ ਵਿੱਚ ਅਗਰ ਆਪਾਂ ਵੀਕ ਮੰਨ ਕੇ ਚੱਲੀਏ ਐਸ ਕੰਪੇਅਰ ਟੂ ਸੈਂਟਰਲ ਫੋਰਸਿਸ, ਤਾਂ ਜਾ ਕੇ ਐਲਐਸ ਕਪਲਿੰਗ ਦੀ ਆਪਾਂ ਗੱਲ ਕਰ ਸਕਦੇ ਹਾਂ। ਅਗਰ ਆਪਣੇ ਕੋਲ ਸਪਿਨ ਆਰਬਿਟ ਕਪਲਿੰਗ ਜਿਹੜੀ ਹੈ ਅਗਰ ਡੋਮੀਨੇਟ ਕਰ ਜਾਂਦੀ ਹੈ ਤਾਂ ਆਪਾਂ ਸਿਰਫ ਜੇ ਕਪਲਿੰਗ ਦੀ ਹੀ ਗੱਲ ਕਰਾਂਗੇ। So this scheme of coupling is referred to as Russell-Saunders coupling। So ਜਿਹੜੀ ਜਿਹਦੇ ਵਿੱਚ ਸਪਿਨ ਜਿਹੜੀ ਸੈਂਟਰਲ ਫੋਰਸਿਸ ਇਨਵੋਲਵਡ ਹੁੰਦੀ ਹੈ that is called LS coupling ਹੋਏਗੀ। ਸੋ ਕਿਸੇ ਵੀ ਮਾਸ ਰੀਜਨ ਦੇ ਵਿੱਚ ਤਾਂ ਕਿਸੇ ਐਲਐਸ ਕਪਲਿੰਗ ਡੋਮੀਨੇਟ ਕਰ ਸਕਦੀ ਹੈ, ਕਿਸੇ ਮਾਸ ਰੀਜਨ ਦੇ ਵਿੱਚ ਜੇ ਕਪਲਿੰਗ ਡੋਮੀਨੇਟ ਕਰ ਸਕਦੀ ਹੈ ਡਿਪੈਂਡਿੰਗ ਔਨ ਦੀ ਕੰਡੀਸ਼ਨਸ। ਸੋ ਸਿੰਗਲ ਪਾਰਟੀਕਲ ਵੇਵ ਫੰਕਸ਼ਨ ਕਿਸ ਤਰ੍ਹਾਂ ਲਿਖੋਗੇ ਬੇਟਾ, ਤੁਹਾਡੇ ਕੋਲ ਸਾਰੇ ਕੁਆਂਟਮ ਨੰਬਰ ਤੁਸੀਂ ਨੋਟ ਕਰੋਗੇ ਜਿਹੜੇ ਕਿ ਤੁਹਾਨੂੰ ਆਲਰੇਡੀ ਪਤਾ ਹੈ ਬੇਟਾ। ਤੁਹਾਡੇ ਕੋਲ ਰੇਡੀਅਲ ਪਾਰਟ ਹੋ ਗਿਆ, ਐਂਗੂਲਰ ਪਾਰਟ ਹੋ ਗਿਆ, ਸਪਿਨ ਪਾਰਟ ਹੋ ਗਿਆ। ਸੋ ਟੋਟਲ ਐਂਗੂਲਰ ਮੋਮੈਂਟਮ ਟੋਟਲ ਵੇਵ ਫੰਕਸ਼ਨ ਸ਼ੁੱਡ ਬੀ ਐਂਟੀ ਸਿਮੈਟ੍ਰਿਕ, ਇਹ ਚੀਜ਼ ਯਾਦ ਰੱਖਿਓ ਬੇਟਾ। ਇਹ ਤੁਹਾਡਾ ਸਪਿਨ ਡਿਪੈਂਡੈਂਟ ਪਾਰਟ ਹੋ ਗਿਆ ਬੇਟਾ। So two particle states are formed। two particle states की है टोटल isotopic spin की होगी बेटा two particle states T1 and T2 and S is equal to S1 plus S2 ਦੇ corresponding ਆ ਗਈ। ultimately ਤੁਹਾਡੇ ਕੋਲ singlet and triplet states ਵੀ ਬਣ ਗਿਆ, ਉਹਦੀ corresponding ਤੁਹਾਡੇ ਕੋਲ result ਵੀ ਆਣਗੇ। So for the two particles the wave function any wave function can be expressed in terms of a symmetric and antisymmetric wave function which form a basis when the number of particles is greater than two। basis functions consist of not only functions which are antisymmetric and symmetric with respect to all the particles but also those which have intermediate symmetry, ਜਿਹਨੂੰ ਆਪਾਂ mixed symmetry ਦਾ ਨਾਮ ਵੀ ਦਿੰਦੇ ਹਾਂ। ਸੋ ਮੈਂ ਇਹ ਵਾਲਾ ਕਨਸੈਪਟ ਤੁਹਾਨੂੰ ਉਸ ਵੇਲੇ ਪਤਾ ਲੱਗੇਗਾ ਜਿਸ ਵੇਲੇ ਤੁਸੀਂ ਪਾਰਟੀਕਲ ਫਿਜ਼ਿਕਸ ਦੇ ਵਿੱਚ ਆਓਗੇ। ਪਾਰਟੀਕਲ ਫਿਜ਼ਿਕਸ ਦੇ ਵਿੱਚ ਕਨਸੈਪਟ ਆਪਾਂ ਨੂੰ ਪਤਾ ਲੱਗੇਗਾ ਸਿਮੈਟਰੀ ਐਸ ਵੈਲ ਐਸ ਐਂਟੀਸਿਮੈਟਰਿਕ ਐਸ ਵੈਲ ਐਸ ਆਪਣੇ ਕੋਲ ਮਿਕਸਡ ਸਿਮੈਟਰਿਕ ਸਟੇਟਸ ਵੀ ਐਗਜ਼ਿਸਟ ਕਰਨਗੀਆਂ। ਸੋ ਆਪਣੇ ਕੋਲ ਕਪਲਸ ਜਿਸ ਨੂੰ ਆਪਾਂ ਕਹਿੰਦੇ ਕਿ ਕਨਫੀਗਰੇਸ਼ਨ ਮਿਕਸ ਕਰਕੇ ਕੋਈ ਪਿਓਰ ਕਨਫੀਗਰੇਸ਼ਨ ਨਹੀਂ ਹੋਏਗੀ, तो ਆਪਾਂ ਕੀ ਮਿਕਸ ਕਹਿ ਕੇ ਚੱਲਾਂਗੇ। ਸੋ ਦੈਟ ਇਜ਼ ਮਿਕਸ ਸਿਮੈਟਰੀ। ਆਪਾਂ ਸ਼ਾਇਦ ਉੱਪਰ ਦੇਖਿਆ ਵੀ ਸੀਗਾ ਮਿਕਸ ਸਿਮੈਟਰੀ ਐਮਐਸ ਦੀ ਕੋਰਸਪੋਂਡਿੰਗ ਆਪਣੇ ਕੋਲ ਡਿਨੋਟ ਕੀਤੀ ਜਾਏਗੀ। ਸੋ ਸਾਰੇ ਬੇਟਾ ਉਹਨੇ ਵੇਵ ਫੰਕਸ਼ਨ ਲਿਖੇ ਹੋਏ ਆ ਐਲਐਸ ਕਪਲਡ ਵੇਵ ਫੰਕਸ਼ਨ। ਤੁਹਾਡੇ ਕੋਲ ਨੰਬਰ ਆਫ ਆਰਬਿਟਲ ਪ੍ਰਿੰਸੀਪਲ ਕੁਆਂਟਮ ਨੰਬਰ ਦੇ ਕੋਰਸਪੋਂਡਿੰਗ ਤੁਹਾਡੇ ਕੋਲ n0 1 2 ਐਂਡ ਸੋ ਔਨ ਚੱਲ ਰਿਹਾ ਹੈ। ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਪੀ ਸ਼ੈਲ ਹੈ। ਪੀ ਸ਼ੈਲ ਦੀ ਯਾਦ ਰੱਖਿਓ ਬੇਟਾ, ਪੀ ਸ਼ੈਲ ਦੇ ਕੋਰਸਪੋਂਡਿੰਗ ਤੁਹਾਡੇ ਕੋਲ 2t+1 ਕੀ ਹੋ ਜਾਏਗਾ 2s+1 ਕੀ ਹੋ ਜਾਏਗਾ। ਉਹ ਸਾਰੇ ਵੇਵ ਫੰਕਸ਼ਨ ਉਹਨੇ ਡੈਜ਼ਿਗਨੇਟ ਕੀਤੇ ਹੋਏ ਨੇ। ਫਿਰ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਬੇਟਾ ਕਿਸ ਤਰ੍ਹਾਂ ਅਰੇਂਜਮੈਂਟ ਕੀਤੇ ਹੋਏ, ਪਰਮੁਟੇਸ਼ਨਾਂ ਕੰਬੀਨੇਸ਼ਨ ਸਾਰੇ ਲਗਾਏ ਹੋਏ ਆ। ਅਲਟੀਮੇਟਲੀ ਉਹਦੇ ਕੋਰਸਪੋਂਡਿੰਗ ਰੂਲ ਬਣੇਗਾ। ਤੁਸੀਂ ਇਹਨੂੰ ਯੰਗਸ ਟੈਪਲੈਕਸ ਦੇ ਨਾਲ ਵੀ ਸੋਲਵ ਕਰ ਸਕਦੇ ਹੋ। ਯੰਗ ਟੈਪਲੈਕਸ ਮੈਂ ਤੁਹਾਨੂੰ ਪਾਰਟੀਕਲ ਫਿਜ਼ਿਕਸ ਦੇ ਵਿੱਚ ਪ੍ਰੋਪਰਲੀ ਕਰਵਾਵਾਂਗਾ ਬੇਟਾ, ਤੁਹਾਡੇ ਸਿਲੇਬਸ ਦਾ ਪਾਰਟ ਹੈ। ਇਸ ਕਰਕੇ ਇੱਥੇ ਆਪਾਂ ਡਿਸਕਸ ਨਹੀਂ ਕਰਦੇ ਬਿਕੋਜ਼ ਆਪਾਂ ਸਿਰਫ ਇਹਦੀ ਫਿਜ਼ਿਕਸ ਡਿਸਕਸ ਕਰਨ ਦੀ ਗੱਲ ਕੀਤੀ ਹੈ। ਸੋ ਇਸ ਤੋਂ ਬਾਅਦ ਆਉਂਦੀ ਹੈ ਬੇਟਾ ਜੇ ਕਪਲਿੰਗ। तो जे कपलिंग का कंसेप्ट आप मोस्टली इंट्रोड्यूस करते हैं जो आप शैल मॉडल की कंसीडरेशन लेने हैं। तो जे कपलिंग के कंसेप्ट में अपने कोल स्पिन ऑर्बिट कपलिंग आ जाती है, स्पिन एल डॉट एस तक फैक्टर आ जाता है। इस करके आप एल डॉट एस की जगह आप एल डॉट एस के कोरस्पोंडिंग एल प्लस एस करके टोटल एंगुलर मोमेंटम डिवाइस करने की गल करते हैं। एंड टोटल एंगुलर मोमेंटम इज इक्वल टू सम ऑफ ऑल दी एंगुलर ऑर्बिट टोटल एंगुलर मोमेंटम ऑफ इंडिविजुअल न्यूक्लियस। ठीक है जी। सो ये जे कपलिंग के कोरस्पोंडिंग आ गया। सो दिस इज कॉल्ड जे कपलिंग स्कीम। सो ये आप पढ़ चुके हैं। ਇਹਦੇ केस ਵਿੱਚ ਕੀ ਹੋਏਗਾ टोटल एंगुलर मोमेंटम will be a good quantum number। so ਜੇ total angular momentum will be having definite value। ਸੋ ਇਹ ਤੁਹਾਡੀ ਵੈਲਿਊਜ਼ ਦਿੱਤੀਆਂ ਹੋਈਆਂ ਬੇਟਾ, ਇਹ ਤੋਂ ਪਹਿਲਾਂ ਵੀ ਆਪਾਂ ਡਰਾਈਵ ਕੀਤੀਆਂ ਹੋਈਆਂ। ਸਿਰਫ ਆਪਾਂ ਇਹਦੇ ਵਿੱਚ ਕੀ ਅਰੇਂਜਮੈਂਟ ਚੈੱਕ ਕਰ ਸਕਦੇ ਹਾਂ, ਇਹਦੇ ਵਿੱਚ ਹੋਇਆ ਹੈ ਤਾਂ ਕੁਝ ਨਹੀਂ ਹੈ। Okay, wave functions are classified by their symmetry। symmetry किस तरह जाएगी with respect to permutation of the coordinates in the J space। so J space ਦੇ ਜਿਹੜੇ coordinate ਹੈ ਉਹਦੀ corresponding symmetry ਤੁਸੀਂ ਡਿਸਾਈਡ ਕਰ ਸਕਦੇ ਹੋ। ਇੱਕ ਵਾਰ ਬਣਾ ਕੇ ਦੇਖ ਲੈਣਾ, ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਬੇਟਾ ਆਪਾਂ ਇਹਨੂੰ ਚੈੱਕ ਕਰ ਲਾਂਗੇ। ਸੋ p3 ਹਾਫ ਆਰਬਿਟਲ ਦੇ ਵਿੱਚ ਵੀ ਇਹਨਾਂ ਨੇ ਕਪਲਿੰਗ ਕਰਵਾ ਕੇ ਦਿਖਾਈ ਹੋਈ ਹੈ, ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਬੇਟਾ। ਟੋਟਲ ਐਂਗੂਲਰ ਮੋਮੈਂਟਮ ਕਿਸ ਤਰ੍ਹਾਂ ਹੈ ਆਪਾਂ ਪਹਿਲਾਂ ਵੀ ਬਣਾ ਕੇ ਦੇਖਿਆ ਹੈ ਕਿ ਆਪਾਂ ਕਿਸ ਤਰ੍ਹਾਂ ਆਏਗਾ। ਤੁਹਾਨੂੰ ਐਮ ਸਕੀਮ ਆਲਰੇਡੀ ਸਮਝਾਈ ਹੋਈ ਹੈ ਬੇਟਾ। ਐਮ ਸਕੀਮ ਦੇ ਅਕੋਰਡਿੰਗ ਤੁਹਾਡੇ ਰਿਜ਼ਲਟ ਬਣਨੇ ਦਿਖ ਜਾਣਗੇ। ਸੋ ਤੁਹਾਨੂੰ ਮੈਂ ਜਿਸ ਤਰ੍ਹਾਂ ਕਿਹਾ ਸੀ ਐਮ ਸਕੀਮ ਦੇ ਅਕੋਰਡਿੰਗ ਉਹਦੇ ਹਿਸਾਬ ਦੇ ਨਾਲ ਇਹਦੇ ਰਿਜ਼ਲਟ ਬਣਾ ਕੇ ਦੇਖ ਲਓ, ਤੁਹਾਨੂੰ ਆਟੋਮੈਟਿਕਲੀ ਚੀਜ਼ਾਂ ਸਮਝਾਣੀਆਂ ਲੱਗ ਜਾਣਗੀਆਂ। ਸੋ ਆਪਾਂ ਇਹਦੇ ਵਿੱਚ ਟਾਈਮ ਖਰਾਬ ਨਹੀਂ ਕਰਦੇ ਆਪਾਂ।
सो उस तो बाद गल आ जाती है बेटा ट्रांसफॉर्मेशन बिटवीन LS एंड JJ कपलिंग। So transformation between LS and JJ coupling both are complete set of wave functions which are required to describe the wave function। ठीक है जी। सो ਜਿਹੜੇ ਕਿਸੇ ਵੀ ਨਿਊਕਲੀਅਰ ਸਿਸਟਮ ਹੈ ਉਹ ਡਿਸਕ੍ਰਾਈਬ ਕਰਨ ਦੇ ਲਈ ਟੋਟਲ ਵੇ ਕੰਪਲੀਟ ਸੈੱਟ ਬਣਾਉਂਦੇ ਆ। ਇਸ ਕਰਕੇ ਇਹਨਾਂ ਦੋਨਾਂ ਦੀ ਜਿਹੜੀ ਟ੍ਰਾਂਸਫੋਰਮੇਸ਼ਨ ਹੈ ਯੂਨਿਟਰੀ ਹੋਣੀ ਚਾਹੀਦੀ ਹੈ, ਜਿਹਨੂੰ ਆਪਾਂ ਰੱਕ ਐਂਡ CG ਕੋਐਫੀਸ਼ੀਐਂਟ ਦੀ ਟਰਮ ਦੇ ਵਿੱਚ ਇੰਟਰਪ੍ਰੀਟ ਕਰ ਸਕਦੇ ਹਾਂ। ਸੋ S = S1 + S2 ਹੈ, L = L1 + L2, ਇਹਦੀ ਕੋਰਸਪੋਂਡਿੰਗ L + S ਦੀ ਕੋਰਸਪੋਂਡਿੰਗ J ਆ ਗਿਆ ਬੇਟਾ। ਸੋ JJ ਕਪਲਿੰਗ ਦੇ ਕੋਰਸਪੋਂਡਿੰਗ ਵੀ ਹੈ, LS ਕਪਲਿੰਗ ਦੇ ਕੋਰਸਪੋਂਡਿੰਗ ਵੀ ਦਿੱਤਾ ਹੋਇਆ। ਅਗਰ ਆਪਣੇ ਕੋਲ ਮੈਟ੍ਰਿਕਸ ਐਲੀਮੈਂਟ ਲਿਖਣਾ ਹੈ ਤਾਂ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਜਿਹੜੇ ਕੋਐਫੀਸ਼ੀਐਂਟਸ ਹੈਗੇ ਆ वो भी आप डिवाइड कर सकते हैं। LS कपलिंग की हो जाएगी बेटा, L1 L2 के कोरस्पोंडिंग L हो गया, S1 S2 के कोरस्पोंडिंग कैपिटल S हो गया, L एंड S ਨੂੰ कपल करके J एंड थर्ड कंपोनेंट M बन गया ਤੁਹਾਡਾ L1 S1 ਦੀ ਕੋਰਸਪੋਂਡਿੰग J1, L2 S2 ਦੀ ਕੋਰਸਪੋਂਡਿੰਗ J2 एंड J एंड M बन गया, L1 L2 ਦੀ ਕੋਰਸਪੋਂਡਿੰग L एंड S1 S2 ਦੀ ਕੋਰਸਪੋਂਡਿੰग S एंड सो ऑन। ਇਹ ਦੋਨੋਂ ਬਰਾਬਰ ਹੋਣਗੇ ਬੇਟਾ, ਸੇਮ ਹੈ। ਬਾਕੀ ਕੀ ਬਚੇਗਾ, ਇੱਕ ਇਹਨਾਂ ਨੂੰ ਕੈਨਸਲ ਹੋ ਜਾਂਦਾ ਹੈ। ਸੋ ਸੇਮ ਯੂਨਿਟਰੀ ਟ੍ਰਾਂਸਫੋਰਮੇਸ਼ਨ ਦੇ ਕੋਰਸਪੋਂਡਿੰਗ ਆਈ ਹੋਪ ਤੁਹਾਨੂੰ ਚੀਜ਼ਾਂ ਸਮਝਾਈਆਂ ਹੋਣਗੀਆਂ ਕੁਆਂਟਮ ਮਕੈਨਿਕਸ ਵਿੱਚ ਕਿਸ ਤਰ੍ਹਾਂ ਇਹਨਾਂ CG ਕੋਐਫੀਸ਼ੀਐਂਟ ਨੂੰ ਹੈਂਡਲ ਕੀਤਾ ਜਾਂਦਾ ਹੈ। ਸੋ ਆਈ ਅਸਿਊਮ ਦੈਟ ਯੂ ਨੋ ਆਲ ਦਿਸ ਸਟਫ। ਅਗਰ ਨਹੀਂ ਪਤਾ ਤਾਂ ਮੈਨੂੰ ਮੈਸੇਜ ਕਰ ਦਿਓ ਜਾਂ ਮੈਨੂੰ ਦੱਸ ਸਕਦੇ ਹੋ ਕਿ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ, ਤੁਸੀਂ ਇਹਨੂੰ ਨਹੀਂ ਬਣਾ ਪਾ ਰਹੇ। ਸੋ ਸਿੰਪਲ ਜਿਹਾ ਕਨਸੈਪਟ ਹੈ, ਜ਼ਿਆਦਾ ਕੋਈ ਹਾਰਡ ਐਂਡ ਫਾਸਟ ਵਾਲਾ ਨਹੀਂ ਹੈ। ठीक है जी। सो ये वेयर दी ट्रांसफॉर्मेशन कोएफिशिएंट, सो ये वाला ਤੁਹਾਡਾ यूनिटरी ट्रांसफॉर्मेशन कोएफिशिएंट ਜਿਹੜਾ ਹੈ ਇਹਨੂੰ ਤੁਸੀਂ ਡਿਵਾਈਸ ਕਰ ਸਕਦੇ ਹੋ। ਇਹ ਆਪਾਂ ਰਾਕਾ ਕੋਐਫੀਸ਼ੀਐਂਟ ਦੇ ਵਿੱਚ ਪੜ ਸਕਦੇ ਹਾਂ। 3 ਦੀ ਸਿੰਬਲ, 6 ਦੇ ਸਿੰਬਲ, 9 ਦੇ ਸਿੰਬਲ ਦੇ ਕੋਰਸਪੋਂਡਿੰਗ ਉਹਦੇ ਵਿੱਚ ਆਪਣੇ ਕੋਲ ਜਿਹੜੀ ਵੈਲਿਊ ਕੀ ਹੈ, ਜਿਹੜਾ ਕੋਐਫੀਸ਼ੀਐਂਟ ਹੈ, ਇਸ ਕੋਐਫੀਸ਼ੀਐਂਟ ਨੂੰ ਤੁਸੀਂ ਇਸ ਟਰਮ ਦੇ ਵਿੱਚ ਲਿਖਦੇ ਹੋ। ਠੀਕ ਹੈ ਜੀ। S1 ਐਂਡ S2 ਦੀ ਟਰਮ ਜਿਹੜੀ ਹੈ 1/2 ਐਂਡ 1/2 ਪਾਈ ਹੋਈ ਹੈ। ठीक है बेटा। सो कोएफिशिएंट ऑफ फ्रैक्शनल पेरेंटेज आ जाता है टू कैलकुलेट द मैट्रिक्स एलिमेंट्स ऑफ द इंटरेक्शन बेकर एंड गॉड्स मैच इंट्रोड्यूस द मेथड ऑफ फ्रैक्शनल पेरेंटेज। ठीक, मैं अगर मैट्रिक्स एलिमेंट अगर आप कैलकुलेट करना है तो उस केस ਦੇ ਵਿੱਚ ਆਪਣੇ ਕੋਲ ਕੋਐਫੀਸ਼ੀਐਂਟ ਆਫ ਫ੍ਰੈਕਸ਼ਨਲ पेरेंटेज ਆਂਦਾ ਹੈ। ਦੀ ਮੈਥਡ ਵਾਸ ਫਰਦਰ ਡਿਵੈਲਪਡ ਬਾਈ ਰਾਕਾ ਨੇ ਇਹਨੂੰ ਇਸੀ ਨੂੰ ਡਿਵੈਲਪ ਕੀਤਾ ਸੀ। ਦੀ ਮੈਥਡ enables us to express a state of k particles in terms of k-1 particles and k-2 particles। तो ਤੁਸੀਂ ਆਪਣੇ ਜਿਹੜਾ ਵੇਵ ਫੰਕਸ਼ਨ ਹੈ for a given number of particles ਤੁਸੀਂ ਇਹਨੂੰ ਤੋੜ ਕੇ ਵੀ ਲਿਖ ਸਕਦੇ ਹੋ। ਸੋ k ਪਾਰਟੀਕਲ ਨੂੰ k-1 ਪਾਰਟੀਕਲ ਐਂਡ ਸਿੰਗਲ ਪਾਰਟੀਕਲ ਦੀ ਫਾਰਮ ਦੇ ਵਿੱਚ ਲਿਖ ਸਕਦੇ ਹੋ, ਜਾਂ k-2 ਪਾਰਟੀਕਲ ਐਂਡ 2 ਪਾਰਟੀਕਲ ਦੀ ਫਾਰਮ ਦੇ ਵਿੱਚ ਲਿਖ ਸਕਦੇ ਹੋ। ਤੁਸੀਂ ਇੰਟਰਪ੍ਰੀਟ ਕਰ ਸਕਦੇ ਹੋ। ਸੋ ਇਸੇ ਕੇਸ ਦੇ ਨਾਲ ਤੁਸੀਂ ਇਹਨੂੰ ਮੈਟ੍ਰਿਕਸ ਐਲੀਮੈਂਟ ਦੀ ਫਾਰਮ ਦੇ ਵਿੱਚ ਵੀ ਲਿਖ ਸਕਦੇ ਹੋ। ਠੀਕ ਹੈ ਜੀ। ਸੋ ਜ਼ਿਆਦਾ ਕੋਈ ਹਾਰਡ ਐਂਡ ਫਾਸਟ ਵਾਲਾ ਕੰਮ ਨਹੀਂ ਹੈ ਬੇਟਾ। ਸੋ ਇਹਦੇ ਵਿੱਚ ਕੀ ਹੈ, ਤੁਸੀਂ ਇਹਨੂੰ ਇੰਟਰਪ੍ਰੀਟ ਕਰ ਸਕਦੇ ਹੋ ਸਿੰਪਲ ਟਰਮ ਦੇ ਵਿੱਚ ਦਿੱਤਾ ਹੋਇਆ ਬੇਟਾ। ਆ ਦੇਖੋ, ਸੋ 57 ਇਕੁਏਸ਼ਨ ਲਿਖੀ ਹੋਈ ਹੈ। psi of k can be represented in terms of psi of k-1 and phi of k। ਇਹ ਸਿੰਗਲ ਪਾਰਟੀਕਲ ਵੇਵ ਫੰਕਸ਼ਨ ਹੋ ਗਿਆ ਬੇਟਾ। ਇਹ ਤੁਹਾਡਾ k-1 ਪਾਰਟੀਕਲ ਦੇ ਵੇਵ ਫੰਕਸ਼ਨ ਹੋ ਗਿਆ। ਸੋ ਇਹ ਤੁਸੀਂ ਇਹਨੂੰ ਡਿਵਾਈਸ ਕਰ ਸਕਦੇ ਹੋ। ਸੋ ਇਹਦਾ ਜਿਹੜਾ ਸਾਈਨ ਹੈ ਉਹ ਕਰਲੀ ਬ੍ਰੇਸਿਸ ਦੇ ਨਾਲ ਆਪਣੇ ਕੋਲ ਸਿੰਗਲ ਲਾਈਨ ਹੁੰਦੀ ਹੈ ਬੇਟਾ। ਸੋ ਇਹਨੂੰ ਤੁਸੀਂ ਚੈੱਕ ਕਰਕੇ ਦੇਖ ਲਿਓ, ਇਹਦੇ ਅਕੋਰਡਿੰਗ ਤੁਹਾਡੇ ਕੋਲ ਆ ਜਾਏਗਾ। ਸੋ k- ਅਗਰ k particles ਦੀ ਵੇਵ ਫੰਕਸ਼ਨ ਹੈ that is written as psi k। ਅਗਰ ਤੁਸੀਂ k-1 ਦੇ ਲਈ ਲਿਖਣਾ ਹੈ ਤਾਂ psi of k-1 and phi of k ਦੇ ਕੋਰਸਪੋਂਡਿੰਗ ਲਿਖਣਾ। ਸਿਮਿਲਰਲੀ ਤੁਸੀਂ ਲਿਖ ਸਕਦੇ ਹੋ ਬੇਟਾ k-2 ਪਾਰਟੀਕਲ ਦੇ ਕੋਰਸਪੋਂਡਿੰਗ ਵੀ ਲਿਖ ਸਕਦੇ ਹੋ। ਤਾਂ ਸਾਰੀਆਂ ਵੈਲਿਊਜ਼ ਬੇਟਾ ਦਿੱਤੀਆਂ ਹੋਈਆਂ। ਤੋਂ ਜ਼ਿਆਦਾ ਕੋਈ ਹਾਰਡ ਐਂਡ ਫਾਸਟ ਵਾਲਾ ਕੰਮ ਨਹੀਂ ਹੈ। ਤੁਸੀਂ ਇਕੁਏਸ਼ਨ ਨੰਬਰ 60 ਦੇ ਉੱਪਰ ਚੈੱਕ ਕਰ ਲਓ। ਤੁਹਾਡੇ ਕੋਲ ਅਗਰ k-2 ਦੇ ਵਿੱਚ ਲਿਖਣਾ ਹੈ ਤਾਂ k-2 ਦੇ ਕੋਰਸਪੋਂਡਿੰਗ phi of k-1 and k phi of 2 ਦੇ ਕੋਰਸਪੋਂਡਿੰਗ, ਮਤਲਬ ਦੋ ਪਾਰਟੀਕਲ ਵੱਖਰੇ k-2 ਪਾਰਟੀਕਲ ਵੱਖਰੇ, ਉਹਦੇ ਕੋਰਸਪੋਂਡਿੰਗ ਵੇਵ ਫੰਕਸ਼ਨ ਤੁਸੀਂ ਲਿਖ ਸਕਦੇ ਹੋ। ਤਾਂ k ਨੂੰ ਬ੍ਰੇਕ ਡਾਊਨ ਕਰਕੇ k-2 and 2 ਪਾਰਟੀਕਲ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਠੀਕ ਹੈ ਜੀ। ਸੋ ਇਹ ਸਾਰਾ ਫੰਡਾ ਤੁਸੀਂ ਨੋਟ ਡਾਊਨ ਕਰ ਸਕਦੇ ਹੋ। ਬਾਕੀ ਜਿਹੜੀ ਚੀਜ਼ਾਂ ਬੇਟਾ ਆਪਾਂ ਨੈਕਸਟ ਟਾਈਮ ਡਿਸਕਸ ਕਰਾਂਗੇ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਸੋ ਥੈਂਕ ਯੂ ਵੈਰੀ ਮਚ, ਸੀ ਯੂ ਨੈਕਸਟ ਟਾਈਮ। ਅਗਰ ਕੋਈ ਡਾਊਟਸ ਹੈ ਜਾਂ ਕੁਐਸਚਨ ਹੈ ਮੈਨੂੰ ਦੱਸ।